So this is your pie chart. So ਆਪਾਂ read ਕਰਦੇ ਹਾਂ. The chart below shows proportion of British students at one university in England who were able to speak other languages in addition to English in 2000 and 2010. So ਕੀ meaning ਹੋਇਆ ਇਹਦਾ? ਕੋਈ ਕਿਹੜਾ ਨਾਲ ਟ੍ਰਾਂਸਲੇਟ ਕਰੋ. ਸਰ ਇੰਗਲਿਸ਼ ਦੇ ਨਾਲ ਜਿਹੜੀਆਂ ਹੋਰ ਲੈਂਗੁਏਜ ਵੀ ਬੋਲ ਸਕੇ, ਕਿੰਨੇ ਪਰਸੈਂਟ ਮਤਲਬ ਕਿੰਨੇ ਕਿ ਜ਼ਿਆਦਾ ਬ੍ਰਿਟਿਸ਼ ਸਟੂਡੈਂਟ ਜਿਹੜੇ ਬੋਲਦੇ ਆ ਯੂਨੀਵਰਸਿਟੀ ਵਿੱਚ? ਕਰੈਕਟ, ਬਿਲਕੁਲ. ਸੋ ਹਰਪ੍ਰੀਤ ਕਹਿੰਦੇ ਕਿ ਸੋ ਜਿਹੜਾ ਚਾਰਟ ਹੈ ਉਹ ਦੱਸਦਾ ਕਿ ਕਿੰਨਾ ਪ੍ਰਪੋਰਸ਼ਨ ਹੈ ਬ੍ਰਿਟਿਸ਼ ਸਟੂਡੈਂਟਸ ਦਾ ਯੂਨੀਵਰਸਿਟੀ ਦੇ ਵਿੱਚ ਇੰਗਲੈਂਡ ਦੀ ਜਿਹੜੇ ਕਿ ਬੋਲ ਰਹੇ ਆ ਅਦਰ ਲੈਂਗੁਏਜਿਸ ਇਨ ਐਡੀਸ਼ਨ ਟੂ ਇੰਗਲਿਸ਼. ਮਤਲਬ ਇੰਗਲਿਸ਼ ਤਾਂ ਬੋਲਦੇ ਹੀ ਆ, ਉਸ ਤੋਂ ਇਲਾਵਾ ਹੋਰ ਕਿਹੜੇ ਲੈਂਗੁਏਜਿਸ ਬੋਲਦੇ ਆ 2002 ਅਤੇ 2010 ਦਾ ਡਾਟਾ ਦਿੱਤਾ. ਜਦੋਂ ਆਪਾਂ ਇੱਥੇ ਲਿਖਿਆ ਹੈ ਨੋ ਅਦਰ ਲੈਂਗੁਏਜ, ਦੈਟ ਮੀਨਸ ਇਹ ਸਿਰਫ ਅਤੇ ਸਿਰਫ ਕੀ ਬੋਲਦੇ ਆ? ਇੰਗਲਿਸ਼, ਕਿਉਂਕਿ ਹੋਰ ਕੋਈ ਲੈਂਗੁਏਜ ਤਾਂ ਬੋਲ ਹੀ ਨਹੀਂ ਰਹੇ. ਅਤੇ ਜਦੋਂ ਲਿਖਿਆ ਫਰੈਂਚ ਓਨਲੀ, ਯਾਦ ਰੱਖਣਾ ਇਹ ਸਿਰਫ ਫਰੈਂਚ ਨਹੀਂ ਬੋਲਦੇ, ਇਹ ਇੰਗਲਿਸ਼ ਤੋਂ ਇਲਾਵਾ ਫਰੈਂਚ ਬੋਲਦੇ ਆ ਸਿਰਫ. ਅਤੇ ਦੈਟ ਮੀਨਸ ਇਹਦੇ 'ਚ ਤਾਂ ਇੰਗਲਿਸ਼ ਹੈਗਾ ਹੀ ਆ, ਬਾਕੀ ਸਾਰਿਆਂ 'ਚ ਇੰਗਲਿਸ਼ ਤਾਂ ਬੋਲਦੇ ਹੀ ਹੈ, ਬਟ ਉਸ ਤੋਂ ਇਲਾਵਾ ਫਰੈਂਚ ਵੀ ਬੋਲਦੇ ਆ 10-15%, ਜਰਮਨ ਬੋਲਦੇ ਆ 10%, ਸਪੈਨਿਸ਼ ਬੋਲੀ ਜਾਂਦੀ ਹੈ 30% ਦੁਆਰਾ, ਅਨਦਰ ਲੈਂਗੁਏਜ ਹੈ 15% ਦੁਆਰਾ, ਇੱਕ ਹੋਰ ਲੈਂਗੁਏਜ ਬੋਲਦੇ ਆ, ਅਨਦਰ 2 ਅਦਰ ਲੈਂਗੁਏਜਿਸ ਜਿਹੜੀਆਂ ਉਹ 10% ਬੋਲਦੇ ਆ, ਅਤੇ ਨੋ ਅਦਰ ਲੈਂਗੁਏਜ ਮਤਲਬ ਸਿਰਫ ਅਤੇ ਸਿਰਫ ਇੱਕੋ ਲੈਂਗੁਏਜ ਬੋਲਦੇ ਆ, ਉਹ ਕੀ ਹੈ? ਇੰਗਲਿਸ਼. ਸੋ ਉਹ 20% ਹੈ. ਜੇ ਆਪਾਂ ਇੱਧਰ ਸ਼ਿਫਟ ਕਰ ਜਾਈਏ, ਜਿਹੜੀ ਨੋ ਅਦਰ ਲੈਂਗੁਏਜ ਹੈ ਮੀਨਸ ਇੱਥੇ ਜਿਹੜੀ ਸਿਰਫ ਅਤੇ ਸਿਰਫ ਨੇਟਿਵ ਲੈਂਗੁਏਜ ਬੋਲਦੇ ਆ, ਇੰਗਲਿਸ਼ ਲੈਂਗੁਏਜ ਬੋਲਦੇ ਆ, ਉਹ ਪਰਸੈਂਟੇਜ 10% ਰਹਿ ਗਿਆ. ਦੈਟ ਮੀਨਸ ਇਹ ਡਰੋਪ ਹੋ ਗਿਆ 10% ਦਾ. ਸਰ ਜਿਹੜੀ 2 ਅਦਰ ਲੈਂਗੁਏਜ ਆ ਉਹ 'ਚ ਮਤਲਬ ਕਿਹੜੀਆਂ ਇੱਦਾਂ ਕਿੱਦਾਂ ਲਿਖ ਸਕਦੇ ਆਪਾਂ ਉਹਨੂੰ? 2 ਅਦਰ ਲੈਂਗੁਏਜਿਸ ਜਿਹੜਾ ਹੈ ਇਹ ਕਿਉਂਕਿ ਸਾਨੂੰ ਸਪੈਸੀਫਾਈ ਨਹੀਂ ਕੀਤਾ ਹੋਇਆ ਕਿ ਕਿਹੜੀਆਂ 2 ਲੈਂਗੁਏਜਿਸ ਉਹ ਬੋਲਦੇ ਆ, ਸੋ ਆਪਾਂ ਇਹਨੂੰ ਇੱਦਾਂ ਹੀ ਰੱਖਾਂਗੇ ਕਿ 2 ਹੋਰ ਲੈਂਗੁਏਜਿਸ ਬੋਲ ਸਕਦੇ ਆ ਇੰਗਲਿਸ਼ ਤੋਂ ਇਲਾਵਾ. ਬਟ ਜਿਹੜੀਆਂ 2 ਹੋਰ ਲੈਂਗੁਏਜਿਸ ਹੈ 10% ਸੀ, ਇਹ 15% ਹੋ ਗਿਆ. ਦੈਟ ਮੀਨਸ ਇਹ 'ਚ 5% ਦਾ ਕੀ ਹੋਇਆ? ਇਨਕਰੀਜ਼. ਇਹ 'ਚ 10% ਦਾ ਡਿਕਰੀਜ਼ ਹੋ ਗਿਆ, ਇਹ 'ਚ 5% ਇਨਕਰੀਜ਼. ਅਤੇ ਮੈਂ ਅਗੇਨ ਦੱਸਦਾ, ਜੇ ਆਪਾਂ ਨੂੰ ਕੋਈ ਗੱਲ ਨਹੀਂ. ਗੁੱਡ ਈਵਨਿੰਗ ਵੰਦਨਾ. ਸੋ ਅਨਦਰ ਲੈਂਗੁਏਜ ਹੈ ਜਿਹੜੀ ਉਹ 15% ਸੀ, ਮਤਲਬ ਇੱਕ ਹੋਰ ਲੈਂਗੁਏਜ ਜਿਹੜੇ ਬੋਲਦੇ ਸੀ. ਇਹ ਵੀ ਸਾਨੂੰ ਸਪੈਸੀਫਿਕਲੀ ਨਹੀਂ ਪਤਾ ਕਿਹੜੀ ਲੈਂਗੁਏਜ ਹੈ, ਕਿਉਂਕਿ ਸਪੈਸੀਫਿਕ ਤਾਂ ਸਾਨੂੰ ਫਰੈਂਚ, ਜਰਮਨ ਅਤੇ ਸਪੈਨਿਸ਼ ਹੀ ਦਿੱਤੀ ਹੈ. ਇਹਨਾਂ ਤੋਂ ਇਲਾਵਾ ਇਹ ਲੈਂਗੁਏਜਿਸ ਆਹ ਦੋਨੋਂ ਪੋਰਸ਼ਨ 'ਚ ਨਹੀਂ ਦੱਸਿਆ. ਬਟ ਇਹ ਹੈ ਜਿਹੜਾ ਅਗੇਨ ਇਹ 5% ਨਾਲ ਕੀ ਹੋ ਗਿਆ? ਇਨਕਰੀਜ਼ ਹੋ ਗਿਆ. ਸੋ ਆਹ ਵੀ 5% ਦਾ ਇਨਕਰੀਜ਼, ਆਹ ਵੀ 5% ਦਾ ਇਨਕਰੀਜ਼ ਹੈ, 10% ਡਿਕਰੀਜ਼. ਫਰੈਂਚ ਜਿਹੜਾ ਉਹ 15 ਸੀਗਾ, ਐਕਚੁਅਲੀ ਇਹ ਵੀ ਡਿਕਰੀਜ਼ ਹੋਇਆ, ਅਤੇ ਇਹ ਵੀ ਕਿੰਨੇ ਪਰਸੈਂਟ ਡਿਕਰੀਜ਼ ਹੋਇਆ? 5% ਨਾਲ. ਸਪੈਨਿਸ਼ ਹੈ ਜਿਹੜਾ 30 ਸੀ, ਇਹ 35 ਹੋ ਗਿਆ. ਦੈਟ ਮੀਨਸ ਇਹ ਵੀ ਕਿੰਨੇ ਪਰਸੈਂਟ ਨਾਲ ਇਨਕਰੀਜ਼ ਹੋਇਆ? 5% ਨਾਲ. ਸੋ ਐਕਚੁਅਲੀ 5% ਨਾਲ ਜਾਂ ਤਾਂ ਇਨਕਰੀਜ਼ ਹੋ ਰਿਹਾ ਹੈ ਜਾਂ 5% ਨਾਲ ਡਿਕਰੀਜ਼ ਹੋਇਆ, ਅਤੇ 10% ਡਿਕਰੀਜ਼ ਹੋਇਆ. ਜਰਮਨ ਹੈ ਜਿਹੜਾ, ਜਰਮਨ ਲੈਂਗੁਏਜ ਹੈ ਜਿਹੜੀ, ਸੋ ਉਹ ਸੇਮ ਰਹੀ ਹੈ. ਦੈਟ ਮੀਨਸ ਇਹਦੇ ਵਿੱਚ ਵੀ ਕੋਈ ਚੇਂਜਿਸ ਨਹੀਂ ਹੈ. ਸੋ ਜਰਮਨ ਪਹਿਲਾਂ ਵੀ 10% ਜਰਮਨ ਬੋਲਦੇ ਸੀਗੇ, ਅੱਜ ਵੀ ਮਤਲਬ 2010 'ਚ ਵੀ 10% ਜਰਮਨ ਬੋਲਦੇ ਆ. ਸੋ ਇਹ ਸਾਡਾ ਡਾਟਾ ਹੈ. ਹੁਣ ਜਦੋਂ ਆਪਾਂ ਇਹਨੂੰ ਸੋਲਵ ਕਰਨਾ, ਸੋ ਆਪਾਂ ਇੱਦਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਜਿਹੜੇ ਇਨਕਰੀਜ਼ਿੰਗ ਵਾਲੇ ਆ ਉਹਨੂੰ ਆਪਾਂ ਸੈਪਰੇਟ ਕਰ ਲਈਏ, ਅਤੇ ਜਿਹੜੇ ਡਿਕਰੀਜ਼ਿੰਗ ਵਾਲੇ ਆ ਉਹਨੂੰ ਆਪਾਂ ਸੈਪਰੇਟ ਕਰ ਲਈਏ. ਇਹਦਾ ਮਤਲਬ ਸਾਡੇ 2 ਅਦਰ ਲੈਂਗੁਏਜਿਸ, ਅਨਦਰ ਲੈਂਗੁਏਜ ਅਤੇ ਸਪੈਨਿਸ਼ ਲੈਂਗੁਏਜ ਆਪਾਂ ਸੈਪਰੇਟ ਕਰ ਸਕਦੇ ਹਾਂ. ਫਰੈਂਚ ਅਤੇ ਨੋ ਅਦਰ ਲੈਂਗੁਏਜ ਵਾਲਾ ਜਾਂ ਮਤਲਬ ਇੰਗਲਿਸ਼ ਓਨਲੀ ਵਾਲਾ ਕੰਸੈਪਟ ਹੈ ਜਿਹੜਾ ਉਹ ਆਪਾਂ ਸੈਪਰੇਟ ਕਰ ਸਕਦੇ ਹਾਂ. ਜਰਮਨ ਜਿਹੜਾ ਹੈ ਉਹ ਆਪਾਂ ਐਂਡ ਦੇ ਵਿੱਚ ਡਿਸਕਰਾਈਬ ਕਰਾਂਗੇ. ਹੁਣ ਸਭ ਤੋਂ ਪਹਿਲਾਂ ਆਪਾਂ ਲਿਖਣੀ ਹੈ ਇਹਦੀ ਇੰਟਰੋਡਕਸ਼ਨ. ਅਤੇ ਇੰਟਰੋਡਕਸ਼ਨ 'ਚ ਅਗੇਨ ਸਾਨੂੰ ਪਤਾ ਹੈ ਆਪਾਂ 3 ਚੀਜ਼ਾਂ ਨੂੰ ਐਕਸਪਲੇਨ ਕਰਨਾ ਹੁੰਦਾ. ਪਹਿਲੀ ਹੈ ਵਟ, ਦੂਸਰਾ ਹੈ ਵੇਅਰ, ਅਤੇ ਤੀਸਰਾ ਹੈ ਵੈਨ. ਕੀ ਚੀਜ਼ ਹੈ? ਸੋ ਲੈਂਗੁਏਜਿਸ ਬਾਰੇ ਗੱਲ ਕੀਤੀ ਹੈ. ਵੇਅਰ ਇਹ ਬ੍ਰਿਟੇਨ ਦੇ ਵਿੱਚ ਹੈ, ਮਤਲਬ ਇੰਗਲੈਂਡ ਦੇ ਵਿੱਚ ਇੱਕ ਯੂਨੀਵਰਸਿਟੀ ਹੈ, ਅਤੇ ਕਦੋਂ ਹੈ? ਟਾਈਮ ਪੀਰੀਅਡ ਉਹ ਮੈਨਸ਼ਨ ਕਰਾਂਗੇ ਆਪਾਂ 2000 ਅਤੇ 2010. ਓਵਰਆਲ ਹੈ ਜਿਹੜਾ ਉਹਦੇ ਵਿੱਚ ਆਪਾਂ ਅਗੇਨ 2 ਚੀਜ਼ਾਂ ਦੱਸਣੀਆਂ ਹੁੰਦੀਆਂ. ਪਹਿਲਾ ਹੁੰਦਾ ਟ੍ਰੈਂਡ, ਮੀਨਸ ਕਿੰਨੇ ਤਰ੍ਹਾਂ ਦੇ ਹੋ ਸਕਦੇ ਆ? ਇਨਕਰੀਜ਼ਿੰਗ, ਡਿਕਰੀਜ਼ਿੰਗ, ਫਲਕਚੁਏਟਿੰਗ. ਇਹ 'ਚ ਤਾਂ ਫਲਕਚੁਏਟਿੰਗ ਹੋ ਨਹੀਂ ਸਕਦੇ ਕਿਉਂਕਿ 2 ਹੀ ਈਅਰਸ ਹੈ ਸਾਡੇ ਕੋਲ. ਸੋ ਜਾਂ ਤਾਂ ਇਨਕਰੀਜ਼ ਹੋਏਗਾ ਜਾਂ ਡਿਕਰੀਜ਼ਿੰਗ, ਜਾਂ ਸਾਡੇ ਕੋਲ ਤੀਜਾ ਆਪਸ਼ਨ ਕੀ ਹੋਏਗਾ? ਕੌਨਸਟੈਂਟ. ਸੋ ਇਹ 4 ਤਰ੍ਹਾਂ ਦੇ ਆਪਾਂ ਨੂੰ ਟ੍ਰੈਂਡਸ ਮਿਲ ਸਕਦੇ ਆ, ਜਿਹਨਾਂ 'ਚੋਂ ਇਹਦੇ 'ਚ ਸਾਨੂੰ 3 ਮਿਲਣੇ ਆ: ਕੌਨਸਟੈਂਟ, ਇਨਕਰੀਜ਼ਿੰਗ ਅਤੇ ਡਿਕਰੀਜ਼ਿੰਗ. ਉਸ ਤੋਂ ਇਲਾਵਾ ਜੋ ਆਪਾਂ ਕਰਨਾ ਹੈ ਉਹ ਕੰਪੈਰੀਜ਼ਨ. ਕੰਪੈਰੀਜ਼ਨ ਦੇ ਵਿੱਚ ਆਪਾਂ ਸਿਗਨੀਫੀਕੈਂਟ ਵੈਲਿਊਜ਼ ਨੂੰ ਡਿਫਾਈਨ ਕਰਾਂਗੇ. ਸਿਗਨੀਫਿਕੈਂਟ ਵੈਲਿਊ ਮੋਸਟ ਲਾਈਕਲੀ ਤੁਸੀਂ ਕਹਿ ਸਕਦੇ ਹੋ ਜਿਹੜਾ ਬਾਕੀ ਸਾਰਿਆਂ ਨਾਲੋਂ ਡਿਫਰੈਂਟ ਹੋਵੇ, ਜਾਂ ਫਿਰ ਆਪਾਂ ਇਹਦੇ ਵਿੱਚ ਇਨਕਲੂਡ ਕਰਾਂਗੇ ਹਾਈਐਸਟ ਐਂਡ
ਲੋਐਸਟ। ਸੋ ਜਿਹੜਾ ਵਰਡ ਆ ਟਰਮ ਹੈ ਹਾਈਐਸਟ ਤੇ ਲੋਐਸਟ, ਇਹ ਐਕਚੁਅਲੀ ਕਿਹਦਾ ਪਾਰਟ ਹੁੰਦਾ ਹੈ? ਕੰਪੈਰੀਜ਼ਨ ਦਾ। ਸੋ ਇਹ ਦੋਨੋਂ ਹੀ ਚੀਜ਼ਾਂ ਇੰਪੋਰਟੈਂਟ ਹੈ, ਟ੍ਰੈਂਡਸ, ਕੰਪੈਰੀਜ਼ਨ। ਠੀਕ ਹੈ ਜੀ। ਹੁਣ ਜਦੋਂ ਆਪਾਂ ਸਟਾਰਟ ਕਰਨਾ ਹੈ, ਫਸਟ ਪਾਰਟ ਹੈ ਆਪਾਂ ਇੰਟਰੋਡਕਸ਼ਨ ਲਿਖਣੀ ਹੈ, ਅਤੇ ਆਪਾਂ ਨੂੰ ਦੱਸਿਆ ਗਿਆ ਦ ਚਾਰਟ ਬਿਲੋ ਸ਼ੋਜ਼ the proportion of British students in one university in England who were able to speak other languages in addition to English in 2000 and 2010. Let's see the introduction की है। The pie charts, सब तो पहले charts ਨੂੰ ਆਪਾਂ define ਕਰਾਂਗੇ। pie charts है illustrate, show ਦੀ ਜਗ੍ਹਾ ਆਪਾਂ keyword use ਕੀਤਾ illustrates how much percentage ਜਾਂ proportion of British students in an England university had the ability to speak different languages besides English. So in addition ਦੇ ਲਈ ਜੇ ਆਪਾਂ ਕੋਈ word use ਕੀਤਾ ਹੈ, in addition to ਦੀ ਜਗ੍ਹਾ ਆਪਾਂ ਕੀ use ਕੀਤਾ? besides English। ਤੇ ਇੱਥੇ ਸਾਨੂੰ ਦਿੱਤਾ ਹੋਇਆ 2000 ਤੇ 2010, ਆਪਾਂ ਉਹ ਟਾਈਮ ਨੂੰ ਡਿਫਾਈਨ ਕੀਤਾ between ਤੇ and ਦੇ ਨਾਲ। ਹੁਣ ਇੱਥੇ ਆਪਾਂ ਲਿਖਿਆ ਸੀ who were able to speak other languages। ਸੋ ਆਪਾਂ ਦੱਸਿਆ, so how much percentage of British students in English university had the ability to talk in different languages and to speak different languages। So okay, to speak ਇੱਥੇ ਵੀ ਲਿਖਿਆ ਹੋਇਆ, so then it is better ਕਿ ਆਪਾਂ ਇੱਥੇ ਕੀ use ਕਰ ਲਈਏ? to talk in different languages। so able ਦੀ ਜਗ੍ਹਾ ਆਪਾਂ ability use ਕਰ ਲਿਆ, so who were ਨੂੰ ਆਪਾਂ ਕੱਟ ਕੇ, so ਆਪਾਂ ਸਿੱਧੇ ਸੈਂਟੈਂਸ ਬਣਾਤਾ ਹੈ how much percentage of British students in English university had the ability to talk different languages and to talk in, ਇੱਥੇ ਆਪਾਂ use ਕਰ ਲਾਂਗੇ ਜੀ speak other languages and to talk in different languages besides English। so this is your introduction। ਹੁਣ ਜਦੋਂ ਆਪਾਂ ਫਸਟ ਬੋਡੀ ਪੈਰਾ ਤੇ ਜਾਣਾ ਹੈ, ਆਪਾਂ ਕੀ ਗੱਲ ਕਰਾਂਗੇ? ਆਪਾਂ ਗੱਲ ਕਰਨੀ ਹੈ ਇਨ ਡਿਟੇਲ ਸਭ ਤੋਂ ਜ਼ਿਆਦਾ ਜਿਹੜੀ ਲੈਂਗੁਏਜ ਬੋਲੀ ਜਾਂਦੀ ਸੀ, ਸੋ ਉਹਨੂੰ ਆਪਾਂ ਪਹਿਲਾਂ ਹਾਈਲਾਈਟ ਕਰਾਂਗੇ, ਉਹ ਹੈ ਸਪੈਨਿਸ਼ ਸੀਗਾ 30%। the most spoken second language, and when we say second language ਇਹ ਧਿਆਨ ਰੱਖਣਾ ਹੈ most spoken second language ਕਿਉਂ? ਫਸਟ ਲੈਂਗੁਏਜ ਆਪਾਂ ਇਹਨੂੰ ਕਿਉਂ ਨਹੀਂ ਕਹਿ ਸਕਦੇ? ਕਿਉਂਕਿ ਫਸਟ ਲੈਂਗੁਏਜ ਸਾਰਿਆਂ ਦੀ ਹੀ ਕੀ ਰਹਿਣੀ ਹੈ? ਇੰਗਲਿਸ਼। that is their first language। ਫੋਰ ਐਗਜ਼ਾਮਪਲ ਤੁਹਾਡੇ ਸਾਰਿਆਂ ਦੀ ਜਿਹੜੀ ਫਸਟ ਲੈਂਗੁਏਜ ਹੋਏਗੀ ਉਹ ਕੀ ਹੋਏਗੀ? ਪੰਜਾਬੀ। ਜੇ ਤੁਸੀਂ ਕੋਈ ਹੋਰ ਲੈਂਗੁਏਜ ਬੋਲਦੇ ਹੋ ਤਾਂ ਉਹ ਤੁਹਾਡੀ ਸੈਕਿੰਡ ਲੈਂਗੁਏਜ ਹੋਏਗੀ, ਨਾਟ ਦਾ ਫਸਟ ਲੈਂਗੁਏਜ। ਸੋ ਇਸੇ ਤਰ੍ਹਾਂ the most spoken second language was Spanish and its users surged from 30% in 2000 to 35% in 2010। ਸਭ ਤੋਂ ਜ਼ਿਆਦਾ ਬੋਲੀ ਜਾਣੀ ਵਾਲੀ ਸੈਕਿੰਡ ਲੈਂਗੁਏਜ ਸਪੈਨਿਸ਼ ਸੀਗੀ, ਅਤੇ ਇਹਦੇ ਯੂਜ਼ਰਸ ਜਿਹੜੇ ਹੈ ਉਹ ਵਧੇ ਹੈ from 30% in 2000 to 35% in 2010। ਸਿਮਿਲਰਲੀ, ਹੁਣ ਮੈਂ ਇੱਥੇ ਸਿਮਿਲਰਲੀ ਵਰਡ ਕਿਉਂ ਯੂਜ਼ ਕਰ ਰਿਹਾ? ਕਿਉਂਕਿ ਨੈਕਸਟ ਵੀ ਜੋ ਆਪਾਂ ਦੱਸਣਾ ਹੈ ਉਹ ਵੀ ਇਨਕਰੀਜ਼ ਹੀ ਦੱਸਣਾ ਹੈ। ਦ ਯੂਜ਼ਰਸ ਆਫ ਅਨਦਰ ਲੈਂਗੁਏਜ ਐਂਡ 2 ਅਦਰ ਲੈਂਗੁਏਜਿਸ ਆਲਸੋ। ਇੱਥੇ ਆਲਸੋ ਲਿਖਣ ਦੀ ਜ਼ਰੂਰਤ ਨਹੀਂ ਹੈ ਵੈਸੇ, ਕਿਉਂਕਿ ਸਿਮਿਲਰਲੀ ਵਰਡ ਆਪਾਂ ਲਿਖਿਆ, ਲਿਖ ਵੀ ਦਊਂਗੇ ਤਾਂ ਵੀ ਠੀਕ ਹੈ, ਨਹੀਂ ਲਿਖੂੰਗੇ ਤਾਂ ਵੀ ਠੀਕ ਹੈ। ਗ੍ਰਿਊ ਬਾਏ 5%, ਇੱਥੇ ਗ੍ਰਿਊ ਰੋਜ਼ ਵਰਡ ਯੂਜ਼ ਕਰ ਸਕਦੇ ਹੋ। ਰੀਚਿੰਗ 15% ਐਂਡ 10%, ਇੱਥੇ ਆਪਾਂ ਨੂੰ ਇੱਕ ਹੋਰ ਵਰਡ ਯੂਜ਼ ਕਰਨ ਦੀ ਲੋੜ ਹੈ, ਉਹ ਹੈ ਰਿਸਪੈਕਟਿਵਲੀ। in the university in a decade। another language ਹੋਇਆ 20 ਤੇ 2 other languages ਕਿੰਨੀਆਂ ਹੋਈਆਂ? 15। ਸੋ ਆਹ ਚੇਂਜਸ ਕਰਨੇ ਆਪਾਂ, ਠੀਕ ਹੈ। ਸੋ 5% ਹੈ ਵਧੀਆ, ਰੀਚਿੰਗ 20% 2 other languages, sorry another language ਤੇ 2 other languages ਕਿੰਨੀ ਹੋਈਆਂ? 15 respectively in the university in a decade। ਨੈਕਸਟ ਆਪਾਂ ਕਰਨਾ ਬੋਡੀ ਪੈਰਾ 2 ਬਾਈ ਕੰਟਰਾਸਟ, ਜਾਂ ਔਨ ਦੀ ਅਦਰ ਹੈਂਡ ਤੁਸੀਂ ਯੂਜ਼ ਕਰ ਸਕਦੇ ਹੋ, ਇਨ ਕੰਟਰਾਸਟ ਯੂਜ਼ ਕਰ ਸਕਦੇ ਹੋ। A drop of 5% was witnessed in the proportion of French speaking students। So French speaking students ਦੇ ਵਿੱਚ ਡਰੋਪ ਦਿਖਿਆ 5% ਦਾ, ਪਹਿਲਾਂ 15% ਸੀ, 10% ਰਹਿ ਗਿਆ। ਐਂਡ ਬਾਈ 2010 ਇਟਸ ਪਰਸੈਂਟੇਜ ਰਿਮੇਨਡ 10%, ਅਤੇ ਬਾਈ 2010 ਤੱਕ ਇਹਦੀ ਪਰਸੈਂਟੇਜ 10% ਰਹਿ ਗਈ ਸੀ। ਅਤੇ ਦ ਫਿਗਰ ਆਫ ਓਨਲੀ ਇੰਗਲਿਸ਼ ਸਪੀਕਰਸ ਜਾਂ ਓਨਲੀ ਨੇਟਿਵ ਸਪੀਕਰਸ ਵੀ ਲਿਖ ਸਕਦੇ ਹਾਂ ਆਪਾਂ। ਇੰਗਲਿਸ਼ ਦੀ ਜਗ੍ਹਾ ਵਰਡ ਜਿਹੜਾ ਯੂਜ਼ ਹੋਰ ਕਰ ਸਕਦੇ ਹਾਂ ਉਹ ਕੀ ਹੈ? native speakers had also dramatically dropped by 10% in 10 years and reached 10% by 2010। 10 कुछ ज़्यादा हो गया।
इन 1 डिकेड लिख सकते आप, ठीक है। सो ਜਿਹੜੇ इंग्लिश स्पीकर्स है वो भी ड्रामेटिकली ड्रॉप होए है 10% ना इन ए डिकेड एंड रीच 10% बाय 2010, ठीक है। सो ये 10% ना घट गया। सो इत्थे आप वर्ड ड्रामेटिकली ड्रॉप्ड या ड्रॉप्ड ड्रामेटिकली आप ड्रॉप्ड पहले लिखांगे, ड्रामेटिकली बाद चो लिखांगे, पहले भी आ सकते उदा बट मोस्ट लाइकली आप इनू बाद च लिखांगे इत्थे, ठीक है। तो इन ए डिकेड ये 10% पहुँच गया। इंटरस्टिंगली there was no change in the percentage of students who were able to speak German. It stayed constant at 10%. सो ਜਿਹੜੇ ਜਰਮਨ ਬੋਲਦੇ ਸੀਗੇ ਉਹਨਾਂ ਦੇ ਵਿੱਚ ਇੰਟਰਸਟਿੰਗਲੀ ਕੋਈ ਵੀ ਚੇਂਜ ਨਹੀਂ ਆਇਆ ਤੇ ਇਹ ਕਨਸਟੈਂਟ ਰਿਹਾ 10% ਤੇ। ਸੋ ਇਹ ਵੈਲਿਊਜ਼ ਹੋ ਗਈਆਂ। ਸੋ ਇੱਕ ਡਾਟਾ ਚੇਂਜ ਕਰਨਾ ਹੈ ਤੇ ਠੀਕ ਹੈ। ਨੈਕਸਟ ओवरऑल तो आप शिफ्ट करते हैं। ओवरऑल की गल करिए, इन ए डिकेड द प्रपोर्शन ऑफ ब्रिटिश स्टूडेंट्स, जोड़ा प्रपोर्शन सीगा ब्रिटिश स्टूडेंट्स का हू स्पोक इन अदर लैंग्वेजेस एक्सैप्ट इनक्रीजड एक्सैप्ट इन जर्मन एंड फ्रेंच। सो प्रपोर्शन ब्रिटिश स्टूडेंट्स का जिहड़े कि होर लैंग्वेजेस बोलते सी ये वधिया जर्मन तो फ्रेंच नूं छड्ड के। इट डिक्रीजड इन द केस ऑफ फ्रेंच एंड रिमेनड अनचेंज्ड इन जर्मन। सो जो आप कहिए कि प्रपोर्शन ऑफ स्टूडेंट्स जिहड़े कि अदर लैंग्वेजेस बोलते हैं वो वधिया, ਇਹਦਾ मतलब ऑटोमैटिकली ये तो पता लग जाएगा कि जिहड़े फिर इकल्ले इंग्लिश बोलते सी वो घटिया है ओवरऑल, क्योंकि जिद्दां जे होर लैंग्वेजेस ज़्यादा बच्चे बोलोगे तो ਇਹਦਾ मतलब सैकेंड लैंग्वेज भी वो ज़्यादा अपनाओगे, दैट मीनस जोड़े फिर अपनी जिन्हों की माँ बोली है या नेटिव स्पीकर्स है वो वैल्यू घटेगी। सो द प्रपोर्शन ऑफ ब्रिटिश स्टूडेंट्स हू स्पोक इन अदर लैंग्वेजेस इनक्रीजड, ठीक है। जी बाकी लैंग्वेजेस बोलते सी उन्होंने प्रपोर्शन वधी है एक्सैप्ट कि जर्मन तो फ्रेंच के ये डिगी है। द प्रपोर्शन ऑफ ब्रिटिश जोड़े स्टूडेंट्स है वो डिक्रीज हुई है इन केस ऑफ फ्रेंच के रिमेन अनचेंज इन जर्मन। सो जर्मन के अनचेंज रही है तो फ्रेंच के डिक्रीज हुई है। उस तो इलावा सो आप ट्रेंड ਨੂੰ ਹੁਣ ਆਪਾਂ डिफाइन कर चुके हैं। उस तो इलावा आप जो दसने हुआ है स्पैनिश वॉज द मोस्ट डोमिनेंट सैकेंड लैंग्वेज अमंग द स्टूडेंट्स इन बोथ द ईयर्स। सो जो आप देखिए स्पैनिश का पार्ट इत्थे भी सब तो वड्डा है, ठीक है, वो वधिया भी है तो एक्चुअली इत्थे भी सब तो वड्डा है। सो दैट मीनस सब नू ज़्यादा लैंग्वेज सैकेंड लैंग्वेज जी बोली जाने वाली है वो स्पैनिश है। सो दिस वॉज द केस। हूँ जो आप कंप्लीट पोर्शन जो आप देखिए, सो एक बार पूरा रीड करते हैं। द पाई चार्ट्स इलस्ट्रेट हाउ मच प्रपोर्शन ऑफ ब्रिटिश स्टूडेंट्स इन एन इंग्लिश यूनिवर्सिटी हैड द एबिलिटी टू टॉक इन different languages besides English between 2000 and 2010. In detail, the most spoken second language was Spanish, and its users surged from increased from 30% in 2000 to 35% in 2010. Similarly, the users of another language and two other languages also grew by 5%, reaching 20% and 15% in the university in a decade. ठीक है, या इन 10 ईयर्स आप इत्थे लिख लेने, इन 10 ईयर्स इत्थे कर देने बाय डिकेड। By contrast, a drop of 5% was witnessed in the proportion of French-speaking students, and by 2010 its percentage remained 10%. The figure of only English speakers had also dramatically dropped dramatically आप पीछे लिखेंगे by 10% in a decade and reached 10% by 2010. Interestingly, there was no change in the percentage of students who were able to speak German. It stayed constant at 10%. Overall, in a decade, the proportion of British students who spoke in other languages increased, except in German and French. It decreased in case of French and remained unchanged in German. In addition, Spanish was the most dominant second language among the students in both the years. ठीक है,
ਸੋ ਦਿਸ ਵਾਸ ਯੋਰ ਪਾਈ ਚਾਰਟ ਤੇ ਉਹਦੀ ਐਕਸਪਲੇਨੇਸ਼ਨ। ਸੋ ਮੇਰੀ ਹੁਣ ਕੁਐਰੀ ਹੈ ਕਿ ਤੁਸੀਂ ਮੈਨੂੰ ਕੁਐਸਚਨਸ ਪੁੱਛੋ ਜੇ ਕੁਝ ਪੁੱਛਣਾ ਚਾਹੁੰਦੇ ਹੋ ਕਿ ਤੁਹਾਨੂੰ ਇਹ 'ਚ ਕੀ ਚੀਜ਼ ਸਮਝ ਨਹੀਂ ਆਈ ਜਾਂ ਕੀ ਚੀਜ਼ ਸਮਝਣਾ ਚਾਹੁੰਦੇ ਹੋ। ਸਰ ਮੈਨੂੰ ਓਵਰਆਲ ਦੇ ਵਿੱਚ ਜਿੱਥੇ ਤੁਸੀਂ ਇਨ ਐਡੀਸ਼ਨ ਨਹੀਂ ਲਿਖਿਆ ਲਾਸਟ ਦੇ ਵਿੱਚ, ਹਾਂਜੀ, ਓਵਰਆਲ ਦੇ ਵਿੱਚ ਸਪੈਨਿਸ਼ ਵਾਸ ਦਾ ਮੋਸਟ ਡੋਮੀਨੈਂਟ ਸੈਕੰਡ ਲੈਂਗੁਏਜ, ਸਰ ਇਹ ਨਹੀਂ ਸਮਝ ਆਇਆ ਮੈਨੂੰ ਡੋਮੀਨੈਂਟ ਦੀ। ਡੋਮੀਨੈਂਟ ਹੁੰਦਾ ਜਿਹੜਾ ਜਿਹਦਾ ਪ੍ਰਪੋਰਸ਼ਨ ਸਭ ਤੋਂ ਜ਼ਿਆਦਾ ਹੋਵੇ, ਜਿਹਦਾ ਪ੍ਰਭਾਵ ਸਭ ਤੋਂ ਜ਼ਿਆਦਾ ਹੋਵੇ ਜਾਂ ਜਿਹਦਾ ਹਿੱਸਾ ਸਭ ਤੋਂ ਜ਼ਿਆਦਾ ਹੋਵੇ। ਠੀਕ ਹੈ ਸਰ। ਡੋਮੀਨੈਂਟ ਜਦੋਂ ਵੀ ਕੋਈ ਚੀਜ਼ ਸਭ ਨਾਲੋਂ ਜ਼ਿਆਦਾ ਵੱਡੀ ਹੋਵੇ ਨਾ, ਜਿੱਦਾਂ ਦੇਖੋ ਇੱਥੇ ਜਿਹੜਾ ਸਪੈਨਿਸ਼ ਦਾ ਪਾਰਟ ਹੈ ਉਹ ਸਭ ਨਾਲੋਂ ਵੱਡਾ ਹੈ, ਇੱਥੇ 30% ਹੈ, ਹੋਰ ਕੋਈ ਹੈ 30% ਦੇ ਬਰਾਬਰ ਨਾ, ਮੈਕਸਿਮਮ 20 ਹੈ, ਉਸ ਤੋਂ ਬਾਅਦ ਸਾਰੇ ਛੋਟੇ ਹੈ ਅਤੇ ਇੱਧਰ ਵੀ ਸਾਨੂੰ ਛੋਟਾ ਹੈ। ਸੋ ਜਿਹੜੀ ਚੀਜ਼ ਸਭ ਤੋਂ ਵੱਡੀ ਹੁੰਦੀ ਹੈ ਨਾ, ਉਹਦੇ ਲਈ ਆਪਾਂ ਕਹਿ ਸਕਦੇ ਹਾਂ ਕਿ ਇਟ ਵਾਜ਼ ਦ ਮੋਸਟ ਡੋਮੀਨੈਂਟ ਪਾਰਟ ਇਨ ਦਾ ਪਾਈ ਚਾਰਟ। ਸੋ ਇੱਥੇ ਮੈਂ ਸੈਕਿੰਡ ਲੈਂਗੁਏਜ ਇਸ ਕਰਕੇ ਲਿਖਿਆ ਕਿਉਂਕਿ ਸਪੈਨਿਸ਼ ਜਿਹੜੀ ਹੈ ਫਸਟ ਲੈਂਗੁਏਜ ਤਾਂ ਸੀਗੀ ਨਹੀਂ, ਕਿਉਂਕਿ ਇਹ ਤਾਂ ਇੰਗਲਿਸ਼ ਤੋਂ ਇਲਾਵਾ ਬੋਲੀ ਜਾਂਦੀ ਹੈ। ਹਾਂਜੀ। ਸੋ ਜਿਹੜੀ ਚੀਜ਼ ਇੰਗਲਿਸ਼ ਤੋਂ ਇਲਾਵਾ ਬੋਲੀ ਜਾਂਦੀ ਹੈ, ਮਤਲਬ ਪਹਿਲਾਂ ਇੰਗਲਿਸ਼ ਬੋਲੀ ਜਾਂਦੀ ਸੀ, ਬ੍ਰਿਟਿਸ਼ ਸਟੂਡੈਂਟਸ ਹੈ ਦੈਟ ਮੀਨਸ ਉਹ ਇੰਗਲਿਸ਼ ਹੀ ਬੋਲੂਗੇ, ਅਤੇ ਫਿਰ ਇਸ ਕਰਕੇ ਇਹਨ ਲਈ ਆਪਾਂ ਯੂਜ਼ ਕੀਤਾ ਵਰਡ ਸੈਕਿੰਡ ਲੈਂਗੁਏਜ। ਠੀਕ ਹੈ। ਸੋ ਮੋਸਟ ਡੋਮੀਨੈਂਟ ਆਪਾਂ ਉਹ ਟਰਮ ਉਸ ਚੀਜ਼ ਲਈ ਯੂਜ਼ ਕਰਨਾ ਜਿਹਦਾ ਹਿੱਸਾ ਸਭ ਤੋਂ ਜ਼ਿਆਦਾ ਹੋਵੇ। ਇੱਥੇ ਆਪਾਂ ਮੈਜੋਰਿਟੀ ਵੀ ਲਿਖ ਸਕਦੇ ਸੀ, ਕਿਹਦੀ ਜਗ੍ਹਾ ਮੈਜੋਰਿਟੀ, ਬਟ ਆਪਾਂ ਉਹ ਧਿਆਨ ਰੱਖਣਾ ਹੈ ਮੈਜੋਰਿਟੀ ਆਪਾਂ ਵਰਡ ਉਦੋਂ ਲਿਖਣਾ ਜਦੋਂ ਕੋਈ ਜਿੱਦਾਂ ਸਪੈਨਿਸ਼ ਹੈ, ਜੇ ਇਹਦੀ ਪਰਸੈਂਟੇਜ 50% ਤੋਂ ਕੀ ਹੋਏਗੀ ਜ਼ਿਆਦਾ, ਲੈਟਸ ਸਪੋਜ਼ ਇਹ 'ਚ ਅੱਧੇ ਨਾਲੋਂ ਜ਼ਿਆਦਾ ਲੋਕ ਸਪੈਨਿਸ਼ ਬੋਲਦੇ ਆ, ਤਾਂ ਆਪਾਂ ਕਹਾਂਗੇ ਮੈਜੋਰਿਟੀ ਆਫ ਦ ਸਟੂਡੈਂਟਸ ਜਿਹੜੇ ਹੈ ਉਹ ਕੀ ਬੋਲਦੇ ਆ, ਸਪੈਨਿਸ਼। ਸੋ ਆਪਾਂ ਫਿਰ ਡੋਮੀਨੈਂਟ ਲੈਂਗੁਏਜ ਦੀ ਜਗ੍ਹਾ ਕਿਹੜੀ ਬੋਲਦੇ, ਮੈਜੋਰਿਟੀ। ਇਸ ਤਰ੍ਹਾਂ ਸਰ ਜਿੱਦਾਂ 50% ਹੋਵੇ ਫੇਰ ਵੀ ਮੈਜੋਰਿਟੀ ਲਿਖ ਸਕਦੇ ਆ। 50% ਹੋਵੇ ਫਿਰ ਵੀ ਮੈਜੋਰਿਟੀ ਲਿਖ ਸਕਦੇ ਹਾਂ, ਬਿਲਕੁਲ 50% ਦੀ ਮੈਜੋਰਿਟੀ ਹੁੰਦੀ ਹੈ। ਵੈਸੇ 50% ਤੋਂ ਜ਼ਿਆਦਾ ਹੋਵੇ ਤਾਂ ਬੈਟਰ ਹੈ, 50% ਵੀ ਲਿਖ ਸਕਦੇ। ਇੱਥੇ ਆਪਾਂ ਲੀਸਟ ਨੂੰ ਇਸ ਕਰਕੇ ਡਿਫਾਈਨ ਨਹੀਂ ਕੀਤਾ ਕਿਉਂਕਿ ਐਂਡ ਦੇ ਵਿੱਚ ਇੱਥੇ ਵੀ 10%, ਇੱਥੇ ਵੀ 10%, ਇੱਥੇ ਵੀ 10% ਹੈ, ਅਤੇ ਇਹ ਵੀ ਬਹੁਤ ਜ਼ਿਆਦਾ ਬਹੁਤ ਵੱਡੀਆਂ ਵੈਲਿਊਜ਼ ਨਹੀਂ ਹੈ। ਸੋ ਇਸ ਕਰਕੇ ਆਪਾਂ ਸਿਰਫ ਹਾਈਲਾਈਟ ਕੀਤਾ ਹੈ ਕਿ ਜਿਹੜਾ ਸਭ ਤੋਂ ਵੱਡਾ ਹਿੱਸਾ ਹੈ ਉਹਨੂੰ। ਠੀਕ ਹੈ। ਇਹਦੀ ਜਗ੍ਹਾ ਲੈਟਸ ਸੀ ਆਪਾਂ ਇੱਕ ਹੋਰ ਕੰਮ ਕਰਦੇ ਹਾਂ, ਆਪਾਂ ਇੱਦਾਂ ਕਰਦੇ ਹਾਂ ਕਿ ਇਸ ਨਾ ਪੂਰੇ ਚਾਰਟ ਨੂੰ, ਡਾਇਗਰਾਮ ਨੂੰ ਦੁਬਾਰਾ ਲਿਖਦੇ ਹਾਂ। ਠੀਕ ਹੈ, ਦੇਖਦੇ ਕਿੱਦਾਂ ਲਿਖ ਪਾਉਂਦੇ। ਰੁਕੋ ਜਰਾ, ਮੈਨੂੰ ਇੱਕ ਵਾਰ ਇਹਦੇ ਲਈ ਸਪੇਸ ਬਣਾ ਲੈਣ ਦਿਓ। ਹਾਂਜੀ, ਹੁਣ ਤੁਸੀਂ ਮੈਨੂੰ ਸੁਜੈਸ਼ਨਸ ਦਿਓ ਕਿ ਮੈਂ ਇੰਟਰੋਡਕਸ਼ਨ ਕਿੱਦਾਂ ਲਿਖਾਂ। देखो क्या लिखा right graphs compare the changes in the percentage of British learners among English university who talk in other languages besides English, besides their native, besides their so right graphs compare ठीक है। सो साडा ਹੁਣ ਇੰਟਰੋਡਕਸ਼ਨ ਵਿੱਚ, the provided pie charts compare the changes in the percentage of British learners of an English university who could talk in other languages besides their mother tongue in a decade from 2000 to 2010. So ਕੀ ਚੇਂਜਸ ਆਏ ਹੈ ਪਰਸੈਂਟੇਜ ਆਫ ਬ੍ਰਿਟਿਸ਼ ਲਰਨਰਸ ਦੇ ਯੂਨੀਵਰਸਿਟੀ ਦੇ ਵਿੱਚ ਜਿਹੜੇ ਕਿ ਬੋਲ ਸਕਦੇ ਸੀ ਡਿਫਰੈਂਟ ਲੈਂਗੁਏਜਸ ਆਪਣੀ ਮਦਰ ਟੰਗ ਤੋਂ ਇਲਾਵਾ ਇੱਕ ਡਿਸਟ੍ਰਿਕਟ ਦੇ ਵਿੱਚ। ਮੈਨੂੰ ਦੱਸੋ ਕਿ ਇਹ ਸਮਝ ਆਇਆ? ਹਾਂਜੀ ਸਰ। ਠੀਕ ਹੈ ਜੀ। ਹੁਣ ਜੇ ਆਪਾਂ ਗੱਲ ਕਰੀਏ ਇਨ ਡਿਟੇਲ, ਦੱਸੋ ਆਪਾਂ ਕੀ ਲਿਖੀਏ। ਚਲੋ ਮੈਂ ਲਿਖ ਦਿੰਦਾ ਅਗੇਨ। ਸੋ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਲੈਂਗੁਏਜ ਕਿਹੜੀ ਹੈ? ਸਪੈਨਿਸ਼। ਤੋਂ ਆਪਾਂ ਕੀ ਕਰਾਂਗੇ, ਉਹ ਤੋਂ ਸਟਾਰਟ ਕਰਾਂਗੇ। ਹਾਂਜੀ, ਦ ਮੋਸਟ dominant, the most spoken second language, the most spoken second language was Spanish among
British students. British nationality इस करके दा B हमेशा कैपिटल होना चाहिए British students and its proportion increased from 30% to 35%. सो जे ਆਪਾਂ फ्रॉम ਤੇ 2 यूज़ कर लिया ਆਪਾਂ लिखांगे between 2000 and 2010 या फिर तुसी नाल भी वो टाइम लिख सकते हो 30% in 2010 to 35% in 2000 sorry 30% in 2000 to 35% in 2010. Similarly again same ही concept है. So again 5% increase was witnessed in learners who could speak in another language and 2 other languages, reaching 20% and 15% in 2010 respectively. Sorry, again लिखना है respectively. सो ये आ जाएगा. सो ਇਹਦੇ ਵਿੱਚ ਆਪਣਾ ਇਹ ਖਤਮ ਹੋ ਗਿਆ. ਸੋ ਔਨ ਦੀ ਅਦਰ ਹੈਂਡ ਸੋ ਨੈਕਸਟ ਆਪਾਂ ਲਿਖਣਾ ਹੈ ਫ੍ਰੈਂਚ ਤੇ ਨੇਟਿਵ ਸਪੀਕਰਸ ਬਾਰੇ. French speakers dropped from 15% in 2000 to 10% in 10. So clearly मैं थे clearly word use कर रहा हूँ. देखो the proportion of native speakers only native speakers. यहाँ पर the proportion of native speakers नहीं हम देखते only the proportion of only the proportion of students who spoke only language decreased, declined या fell significantly and dramatically to 10% in 2010. 2 मिनट होल्ड करिए. ओके जी. Clearly, the proportion of students who spoke only native language fell dramatically to 10% in 2010. Okay, इतना भी नहीं कहते आप पता की कहते हैं. छोड़ो.
and remained half. तो minute up, clearly the proportion of students who spoke only native language fell dramatically and remained half. Bracket च अपन लिख लेने हैं 10% by 2010. जे आप had fallen लिख दिए वो भी लिख सकते हैं and remained half 10% by 2000. ਇੱਥੇ ਆਪਾਂ had fallen ਇਸ ਕਰਕੇ ਲਿਖ ਸਕਦੇ ਹਾਂ ਕਿਉਂਕਿ ਆਪਾਂ ਜਿਹੜਾ ਟਾਈਮ ਹੈ ਉਹ ਕਾਹਨਾ ਦੱਸਿਆ ਹੈ by ਨਾ ठीक है. So on the other hand, French speaking dropped from 21, said clearly the proportion of students who spoke only native language had fallen dramatically and remained 10. ਹੁਣ ਇੱਥੇ clearly ਪਤਾ ਮੈਂ ਕਿਉਂ ਲਿਖਿਆ obviously ਜੇ ਮੈਂ ਲਿਖਾਂ clearly ਦੇਖੋ ਕਿੰਨਾ ਵਧੀਆ ਇੱਥੇ ਫਿੱਟ ਹੋਏਗਾ. ਉਹਦਾ ਰੀਜ਼ਨ ਇਹ ਹੈ ਕਿ ਜੇ ਹੋਰ ਪਰਸੈਂਟੇਜ ਜਿਹੜੇ ਬਾਕੀ ਲੈਂਗੁਏਜਸ ਬੋਲਦੇ ਆ ਬੱਚੇ ਜੇ ਉਹਦੀ ਪਰਸੈਂਟੇਜ ਵਧੇਗੀ ਤਾਂ ਕਲੀਅਰਲੀ ਜਿਹੜੀ ਪਰਸੈਂਟੇਜ ਹੈ ਉਹ ਬੱਚਿਆਂ ਦੀ ਜਿਹੜੇ ਸਿਰਫ ਨੇਟਿਵ ਲੈਂਗੁਏਜ ਬੋਲਦੇ ਆ ਉਹਦੀ ਪਰਸੈਂਟੇਜ ਘਟੇਗੀ. इंटरेस्टिंगली लास्ट रह गया वो देर वाला सेंटेंस बनाने. देर वाला हाले आप कोई सेंटेंस नहीं बनाया मेरे ख्याल ना नहीं बनाया. सो देर वॉज चेंज इन द ऑफ who could speak in किसी का जर्मन. ठीक है. सो ये भी कंप्लीट हो गया. सो साढ़े जो टोटल वर्ड्स बन चुके हैं हम तक वो है 135. कुछ 15 वर्ड्स और लिखने हैं साढ़ा कंप्लीट हो जाएगा. ओवरऑल ਹੁਣ ਆਪਾਂ ਕਿਹਦੀ ਗੱਲ ਕਰਾਂਗੇ ਟ੍ਰੈਂਡਸ. ਹੁਣ ਮੈਨੂੰ ਟ੍ਰੈਂਡਸ ਤੁਸੀਂ ਲਿਖਾਓ ਕੋਈ ਇੱਕ ਲਿਖਾ ਦਿਓ ਤੁਹਾਡੇ ਚੋਂ. जी कौन निकल गया करण चला गया. चलो वर्षा तुसी लिखा दो ट्रेंड्स. सर रहन दो मैं तो नहीं लिखाऊंगी. ਇਹ ਤਾਂ ਥੋੜੀ ਕਰਨਾ है तुसी कोशिश तो करो. सुने कोशिश करने वालों की हार नहीं होती. सिर्फ इंक्रीजिंग ते डिक्रीजिंग दसना है. देखो मैं चलो लिखाना है. लेट्स सी मेरे दिमाग में क्या आ रहा है. The proportion of learners
who could speak second language. And then who could speak second languages, different languages, different second languages. Increase in general. सो ਇਹਦਾ ਮਤਲਬ ਜਿਹੜੇ ਲਰਨਰਸ ਹੈ ਉਹ ਕੁਡ ਸਪੀਕ ਸੈਕੰਡ ਲੈਂਗੁਏਜਸ ਜਿਹੜੀਆਂ ਦੂਸਰੀਆਂ ਲੈਂਗੁਏਜਸ ਬੋਲ ਸਕਦੇ ਸੀਗੇ, ਠੀਕ ਹੈ, ਅਦਰ ਲੈਂਗੁਏਜਸ, ਸੈਕੰਡ ਡਿਫਰੈਂਟ languages, who could speak different languages along with overall the proportion of learners who could speak in different languages along with English increased in general. ठीक है, इंग्लिश ਦੇ ਵਿੱਚ ਜਿਹੜੇ ਬੋਲ ਸਕਦੇ ਸੀ, ਇੰਗਲਿਸ਼ ਤੋਂ ਇਲਾਵਾ ਜਿਹੜੇ ਹੋਰ ਡਿਫਰੈਂਟ ਲੈਂਗੁਏਜਸ ਬੋਲ ਸਕਦੇ ਸੀ ਉਹ ਇਨਕਰੀਜ਼ ਹੋਏ ਇਨ ਜਨਰਲ। ਇੱਥੋਂ ਸਾਨੂੰ ਕਲੀਅਰਲੀ ਪਤਾ ਲੱਗ ਜਾਏਗਾ ਕਿ ਜਿਹੜੇ ਜੇ ਫਿਰ ਨੇਟਿਵ ਸਪੀਕਰਸ ਦੀ ਜਿਹੜੀ ਪਰਸੈਂਟੇਜ ਉਹ ਘਟੀ ਹੋਏਗੀ, ਠੀਕ ਹੈ। ਹਾਊਐਵਰ the FRENCH French became less popular and the PROPORTIO of the proportion of German speakers remained constant. English speakers, Spanish speakers या German speakers आप ऐसा term use कर सकते हैं, remain constant. Let's see कितने words होए. It's 168 जो कि more than enough है। इस तो अलावा हम तुसी highest lowest दसना चाह सकते हैं, ठीक है। ते लिखना लिख भी सकते हैं, चलो लिख देने in addition Spanish was the Spanish was the ये लिखना पड़ेगा SPA नहीं, Spanish was the most dominant second language in British students. सो ये ਤੁਹਾਡਾ आंसर है, ਇਹਨੂੰ ਪੜ੍ਹੋ ਇੱਕ ਵਾਰ, ਜੇ ਕੁਝ ਪੁੱਛਣਾ ਹੈ ਤਾਂ ਪੁੱਛ ਸਕਦੇ ਹੋ। Overall, the proportion of students who were able to speak other languages went up in 2010. In addition, Spanish was the only language which was the most commonly spoken in both the years. ठीक है, ठीक है, this is another overall. ठीक है, सो एक बार चेक कर लेने। द प्रोवाइडेड पाई ग्राफ्स कंपेयर द चेंजेस इन द परसेंटेज ऑफ ब्रिटिश लर्नर्स इन एन इंग्लिश यूनिवर्सिटी हु कुड टॉक इन अदर लैंग्वेजेस बिसाइड्स द मदर टंग इन ए डिकेड फ्रॉम 2010। सो चेंजेस दस रहे परसेंटेज ऑफ ब्रिटिश स्टूडेंट्स विच ਜਿਹੜੇ ਹੋਰ ਲੈਂਗੁਏजेस बोल सकते मदर टंग तो इलावा। इन डिटेल the most spoken second language was Spanish among British students, and this proportion increased from 30% to 35% between NA and NA. Similarly, 5% increase was witnessed in learners who could speak in other languages, and 2 other languages, reaching 20% and 15% respectively in 2010. On the other hand, French speakers dropped from 50% in 2000 to 10% in 2010. Clearly, the proportion of students who spoke only native language had fallen dramatically and remained half by 2010. Interestingly, there was no change in the percentage of scholars who could speak in German. The figure remained constant at 10%. Overall,
The proportion of learners who could speak in different languages along with English increased in general. However, French language became less popular and the proportion of German speakers remained same. In addition, Spanish was the most dominant second language in British students. In British students की जगह in both the years लिख लेते हैं. Definitely. ਸੋ ਸਾਡੇ ਵਰਡ ਕਾਊਂਟ ਹੋ ਗਏ 181. ਪੁੱਛੋ ਜੀ, ਕੁਝ ਪੁੱਛਣਾ ਇਹਦੇ ਵਿੱਚੋਂ? ਦਿਸ ਇਜ਼ ਯਰ ਕੰਪਲੀਟ ਆਨਸਰ. ਕੁਇਕਲੀ ਪੁੱਛ ਸਕਦੇ ਜੇ ਕੁਝ ਪੁੱਛਣਾ ਤਾਂ ਫਿਰ ਆਪਾਂ ਐਂਡ ਕਰਦੇ ਹਾਂ. ਹੈਲੋ, बोलिए कोई तो. पता लग गया? पता लग गया? ਹਾਂਜੀ ਸਰ, ਹਾਂਜੀ. ठीक है. अच्छा, ਤੇ ਕਿਦਾਂ ਆਹ ਵਾਲਾ ਆਨਸਰ ਠੀਕ ਵਧੀਆ ਸੀ ਕਿ ਪਹਿਲੇ ਵਾਲਾ ਵਧੀਆ ਸੀ? ਸਰ ਦੋਨੋਂ ਹੀ ਵਧੀਆ ਸੀ. ਦੋਨੋਂ ਠੀਕ ਸੀ, ਬਾਕੀ ਨੇ ਨਹੀਂ ਦੱਸਣਾ. ਸਰ ਦੋਨੇ ਵਧੀਆ ਸੀ। ਗੁੱਡ ਈਵਨਿੰਗ ਸਰ. ਗੁੱਡ ਇਵਨਿੰਗ ਸਰ. ਗੁੱਡ ਇਵਨਿੰਗ.